ਇਹ ਵੀਡੀਓ ਵਾਹਿਗੁਰੂ ਧਿਆਨ ਹੈ। ਇਸ ਵਿੱਚ ਵਾਹਿਗੁਰੂ ਦੀ ਵਾਰਤਾ ਹੈ। ਧਿਆਨ ਦੀ ਅਵਸਥਾ ਵਿੱਚ ਸੁਣੋ। ਸੁਣਿਐ ਪੜ ਪੜ ਪਾਵੈ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਇਸ ਵੀਡੀਓ ਵਿੱਚ ਵਾਹਿਗੁਰੂ ਨੂੰ ਮਿਲਣ ਲਈ ਅਸੀਂ ਦੋ ਵਿਧੀਆਂ ਦਾ ਵਰਣਨ ਕੀਤਾ ਹੈ। ਸਾਨੂੰ ਕੁਝ ਅਨੁਭਵ ਹੋਏ ਗੁਰਬਾਣੀ ਵਿੱਚ ਅਤੇ ਗੁਰੂ ਸਾਹਿਬਾਨ ਨੇ ਇਸੇ ਵੱਲ ਇਸ਼ਾਰਾ ਕੀਤਾ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਇਸ ਵਿਧੀ ਦਾ ਅਭਿਆਸ ਕਰਨ ਲਈ। ਇੱਕ ਦਿਨ ਵਿੱਚ ਅਸੀਂ ਸਵੇਰੇ ਸ਼ਾਮ 5-10 ਮਿੰਟ ਆਪਣੇ ਆਪ ਲਈ ਕੱਢ ਸਕਦੇ ਹਾਂ। ਜਦੋਂ ਤੁਹਾਨੂੰ ਇਕੱਲਾਪਨ ਵਧੀਆ ਲੱਗਣ ਲੱਗੇ, ਤੁਸੀਂ ਅਧਿਆਤਮਿਕ ਹੋ ਰਹੇ ਹੋ, ਸ਼ਾਂਤੀ ਵਿੱਚ ਹੀ ਆਨੰਦ ਹੈ। ਇਸ ਖੁਸ਼ੀ ਨੂੰ ਤੁਸੀਂ ਮਹਿਸੂਸ ਕਰੋਗੇ ਅਤੇ ਸਾਨੂੰ ਪੂਰਾ ਭਰੋਸਾ ਹੈ ਇਹ ਵਿਧੀ ਤੁਹਾਨੂੰ ਅਧਿਆਤਮਿਕ ਅਵਸਥਾ ਦੇ ਸਿਖਰ ਉੱਤੇ ਪਹੁੰਚਾ ਦੇਵੇਗੀ ਅਤੇ ਨਾਲ ਹੀ ਤੁਹਾਨੂੰ ਸੰਸਾਰਿਕ ਟੈਨਸ਼ਨਾਂ, ਚਿੰਤਾਵਾਂ ਤੋਂ ਮੁਕਤ ਕਰੇਗੀ। ਪਰਮਾਤਮਾ ਨੂੰ ਮਿਲਣ ਦੀਆਂ ਵੱਖ-ਵੱਖ ਵਿਧੀਆਂ ਵਿੱਚ ਹੈ। ਕੋਈ ਕਿਸੇ ਲਈ ਹੁੰਦੀ ਹੈ, ਦੂਸਰੇ ਲਈ ਕੋਈ ਹੋਰ, ਕਿਉਂਕਿ ਹਰ ਇੱਕ ਮਨੁੱਖ ਦੀ ਅਵਸਥਾ ਅਲੱਗ-ਅਲੱਗ ਹੁੰਦੀ ਹੈ। ਕਿਸੇ ਵਿਧੀ ਨੂੰ ਚੰਗੀ ਜਾਂ ਮਾੜੀ ਕਹਿਣ ਤੋਂ ਪਹਿਲਾਂ ਘੱਟੋ-ਘੱਟ 6 ਮਹੀਨੇ ਤੱਕ ਉਸ ਦਾ ਅਭਿਆਸ ਕਰਨਾ ਚਾਹੀਦਾ। ਅਤੇ ਜੇਕਰ ਤੁਸੀਂ 1 ਮਹੀਨਾ ਹੀ ਇਸ ਵਿਧੀ ਦਾ ਅਭਿਆਸ ਕਰਦੇ ਹੋ ਤਾਂ ਤੁਹਾਨੂੰ ਨਤੀਜੇ ਪ੍ਰਾਪਤ ਹੋਣਗੇ। ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਵਾਹਿਗੁਰੂ। ਸਿਮਰਨ ਦੀਆਂ ਬਹੁਤ ਵਿਧੀਆਂ ਹਨ। ਇਹ ਜੋ ਕੁਝ ਵੀ ਸਾਨੂੰ ਵਿਖਾਈ ਦੇ ਰਿਹਾ ਹੈ ਅਤੇ ਜੋ ਕੁਝ ਵਿਖਾਈ ਨਹੀਂ ਦੇ ਰਿਹਾ, ਉਹ ਸਭ ਵਾਹਿਗੁਰੂ ਹੈ। ਵਾਹਿਗੁਰੂ ਸਾਡੇ ਅੰਦਰ ਹੈ ਅਤੇ ਵਾਹਿਗੁਰੂ ਸਾਡੇ ਬਾਹਰ। ਸਰਬ ਜੋਤ ਮੈਂ ਜਾ ਕੀ ਜੋਤ, ਤਾਰ ਰਹਿਓ ਸੁਆਮੀ ਓਤ ਪੋਤ। ਵਾਹਿਗੁਰੂ ਨੂੰ ਮਿਲਣ ਲਈ ਕਿਸੇ ਕਰਮਕਾਂਡ ਦੀ ਲੋੜ ਨਹੀਂ, ਕਿਉਂਕਿ ਕਰਮਕਾਂਡ ਮਨੁੱਖ ਦੀ ਸਿਰਜਣਾ ਹੈ। ਜੋ ਕੁਦਰਤੀ ਨਹੀਂ, ਉਹ ਰਾਸਤਾ ਵਾਹਿਗੁਰੂ ਵੱਲ ਨਹੀਂ ਜਾਂਦਾ। ਵਾਹਿਗੁਰੂ ਬਹੁਤ ਦਿਆਲੂ ਹੈ। ਉਸਨੇ ਸਾਡੇ ਅੰਦਰ ਹੀ ਆਪਣੇ ਆਪ ਨੂੰ ਛੁਪਾਇਆ ਹੈ। ਅਸੀਂ ਕਿਹਾ ਛੁਪਾਇਆ, ਪਰ ਅਸਲ ਵਿੱਚ ਵਾਹਿਗੁਰੂ ਲੁਕਿਆ ਨਹੀਂ। ਮਨੁੱਖ ਸੋਚਦਾ ਹੈ ਕਿ ਪਰਮਾਤਮਾ ਕਿਤੇ ਲੁਕਿਆ ਹੈ। ਇਹ ਸਾਰਾ ਕੁਝ ਕੁਦਰਤ ਵਿੱਚ ਵਾਹਿਗੁਰੂ ਕਰ ਰਿਹਾ, ਪਰ ਮਨੁੱਖ ਸੋਚਦਾ ਕਰਨ ਵਾਲਾ ਮੈਂ ਹਾਂ ਅਤੇ ਉਸ ਦੇ ਅਨੁਸਾਰ ਇਹ ਮੈਂ ਸਰੀਰ ਹੈ, ਜਦੋਂ ਕਿ ਇਹ ਸਰੀਰ ਇੱਕ ਜੜ ਵਸਤੂ ਹੈ। ਇਹ ਸਰੀਰ ਕੰਮ ਕਰਦਾ ਹੈ, ਤੁਰਦਾ ਫਿਰਦਾ ਹੈ, ਰੰਗ, ਰੂਪ, ਆਕਾਰ ਬਦਲਦਾ ਹੈ, ਬਿਮਾਰ ਹੁੰਦਾ ਹੈ, ਕਿਉਂਕਿ ਇਸ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ। ਮਨੁੱਖ ਦੇ ਅਹੰਕਾਰ ਕਰਕੇ ਉਹ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਗਿਆ ਹੈ। ਮਨ ਇੱਕ ਬੂੰਦ ਹੈ ਉਸ ਸਮੁੰਦਰ ਦੀ ਅਤੇ ਉਸ ਸਮੁੰਦਰ ਤੋਂ ਜੁਦਾ ਹੋ ਗਈ ਹੈ। ਅਸੀਂ ਸਿਮਰਨ ਕਰਕੇ, ਧਿਆਨ ਕਰਕੇ ਮੁੜ ਤੋਂ ਉਸ ਸਮੁੰਦਰ ਵਿੱਚ ਲੀਨ ਹੋਣ ਦਾ ਯਤਨ ਕਰਨਾ ਹੈ। ਜਪ ਸ਼ੁਰੂਆਤੀ ਹੈ, ਬਾਕੀ ਰਾਸਤਾ ਸਾਵਧਾਨ ਇਕਾਗਰ ਚਿੱਤ ਹੋ ਤੈਅ ਕੀਤਾ ਜਾਂਦਾ ਹੈ। ਜਦੋਂ ਮਨੁੱਖ ਦਾ ਜਨਮ ਹੁੰਦਾ, ਪਹਿਲੀ ਸਾਹ ਆਉਂਦੀ। ਜਦੋਂ ਮੌਤ ਹੁੰਦੀ ਤਾਂ ਆਖਰੀ ਸਾਹ ਨਿਕਲ ਜਾਂਦੀ। ਇਹਨਾਂ ਦੋਹਾਂ ਸੁਆਸਾਂ ਦੇ ਵਿੱਚ ਜ਼ਿੰਦਗੀ ਦੀ ਖੇਡ ਹੁੰਦੀ। ਜ਼ਿੰਦਗੀ ਵਿੱਚ ਸਭ ਕੁਝ ਬਦਲਦਾ ਰਹਿੰਦਾ। ਬਚਪਨ, ਜਵਾਨੀ, ਬੁਢਾਪਾ, ਇਹ ਸਰੀਰ ਬਦਲਦਾ। ਸੁੱਖ, ਦੁੱਖ, ਰੋਗ ਆਉਂਦੇ ਜਾਂਦੇ ਰਹਿੰਦੇ, ਪਰ ਸਾਡੇ ਸਾਹ ਨਿਰੰਤਰ ਵਹਿੰਦੇ। ਜਦੋਂ ਰੁਕੇ, ਬੰਦਾ ਖਤਮ। ਵਾਹਿਗੁਰੂ ਦਾ ਦੁਆਰ ਸੁਆਸ ਹੀ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਪਵਨ ਗੁਰੂ ਪਾਣੀ ਪਿਤਾ। ਅਸਲ ਵਿੱਚ ਸਵਾਸ ਹੀ ਸਾਡਾ ਗੁਰੂ ਹੈ। ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਧਿਆਨ ਕਰਦੇ ਹਾਂ। ਨਾਮ ਇੱਥੋਂ ਹੀ ਪ੍ਰਗਟ ਹੁੰਦਾ ਹੈ। ਅਸੀਂ ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਸਿਰਫ ਖਾਮੋਸ਼ੀ ਅਤੇ ਸਾਵਧਾਨੀ ਨਾਲ ਵੇਖਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਜਦੋਂ ਅਸੀਂ ਉੱਚੀ ਉੱਚੀ ਜਾਪ ਕਰਦੇ ਹਾਂ, ਇਸ ਅਵਸਥਾ ਵਿੱਚ ਅਸੀਂ ਧਿਆਨ ਨਹੀਂ ਕਰ ਰਹੇ। ਗੁਰਬਾਣੀ ਵਿੱਚ ਸਪਸ਼ਟ ਹੈ, ਧਿਆਨ ਸਾਵਧਾਨੀ ਨਾਲ ਕਰੋ। ਕਿਸੇ ਧਰਮ ਦੀ ਪਾਬੰਦੀ ਨਹੀਂ। ਇਤਿਹਾਸ ਵਿੱਚ ਜਿੰਨੇ ਵੀ ਬ੍ਰਹਮ ਗਿਆਨੀ ਹੋਏ,
ਉਹ ਸਾਰੇ ਇੱਕੋ ਨਾਮ ਸ਼ਬਦ ਵੱਲ ਇਸ਼ਾਰਾ ਕਰਦੇ ਹਨ। ਗੁਰੂ ਇੱਕ ਹੈ, ਇਸ ਲਈ ਜਦੋਂ ਗੁਰੂ ਇੱਕ ਹੈ ਤਾਂ ਉਸ ਦੇ ਦੁਆਰਾ ਦਿੱਤਾ ਗਿਆ ਨਾਮ ਸ਼ਬਦ ਵੀ ਇੱਕ ਹੈ। ਅਸੀਂ ਤੁਹਾਨੂੰ ਕਿਸੇ ਭੁਲੇਖੇ ਵਿੱਚ ਨਹੀਂ ਪਾ ਰਹੇ। ਵਿਸ਼ਵਾਸ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ। ਜਦੋਂ ਤੁਸੀਂ ਅਭਿਆਸ ਕਰੋਗੇ ਤੁਸੀਂ ਸੱਚ ਦੇ ਨੇੜੇ ਆਓਗੇ। ਦੋਹਾ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਗਸੈ ਅੰਤਰਜਾਮੀ। ਗੁਰਬਾਣੀ ਦਾ ਹਰ ਇੱਕ ਸ਼ਬਦ ਵੱਖਰੇ ਵੱਖਰੇ ਅਰਥ ਦਿੰਦਾ ਹੈ। ਜਿਸ ਅਵਸਥਾ ਦਾ ਕੋਈ ਮਨੁੱਖ ਹੁੰਦਾ ਹੈ ਉਸੇ ਅਵਸਥਾ ਦੇ ਉੱਤਰ ਪ੍ਰਾਪਤ ਹੁੰਦੇ ਹਨ। ਜਿਵੇਂ ਇਸ ਸ਼ਲੋਕ ਵਿੱਚ ਦੋ ਸਿਰਿਆਂ ਦੀ ਗੱਲ ਕੀਤੀ ਗਈ ਹੈ। ਇਹ ਦੋ ਸਿਰੇ ਕਿਹੜੇ ਹਨ? ਸਧਾਰਨ ਮਨੁੱਖ ਲਈ ਜਨਮ ਅਤੇ ਮੌਤ, ਅਧਿਆਤਮਿਕ ਮਨੁੱਖ ਲਈ ਲੋਕ ਪਰਲੋਕ, ਬ੍ਰਹਮ ਗਿਆਨੀ ਲਈ ਜਦੋਂ ਖਾਲੀ ਖਲਾਸੀ ਅਤੇ ਹੋਵੇਗਾ, ਅਤੇ ਇਸ ਦੇ ਵਿਚਕਾਰ ਜ਼ਿੰਦਗੀ ਦੀ ਖੇਡ। ਗੁਰਬਾਣੀ ਚੌਥੇ ਪਦ ਵਿੱਚ ਲਿਖੀ ਹੈ, ਇਸ ਵਿੱਚ ਉੱਚਾ ਗਿਆਨ ਹੈ। ਇਸ ਲਈ ਸਹੀ ਗਿਆਨ ਸਹੀ ਮਨੁੱਖ ਤੋਂ ਪ੍ਰਾਪਤ ਹੁੰਦਾ ਹੈ। ਸੱਚਾ ਗੁਰੂ ਸਾਡੇ ਸਵਾਸ ਹਨ, ਅਸੀਂ ਸਵਾਸਾਂ ਦੇ ਅਧੀਨ ਹਾਂ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਪਾਵੈ ਸੋਈ ਕਰੇ। ਪਰ ਇਹ ਸਵਾਸ ਜਿਸ ਦੇ ਅਧੀਨ ਹਨ ਅਸੀਂ ਉਸ ਨੂੰ ਸਿਮਰਨਾ ਹੈ। ਸਵਾਸਾਂ ਵਿੱਚ ਹੀ ਉਸ ਦਾ ਨਾਮ ਹੈ, ਸਵਾਸਾਂ ਵਿੱਚ ਹੀ ਜ਼ਿੰਦਗੀ ਹੈ, ਸਵਾਸਾਂ ਵਿੱਚ ਹੀ ਵਾਹਿਗੁਰੂ ਦਾ ਦਰਬਾਰ ਹੈ। ਉਨ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ। ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦਾ ਧਿਆਨ ਕੋਈ ਜੀਵ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਇਸ ਦੇ ਲਈ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਜਦੋਂ ਕੋਈ ਜੀਵ ਰਸਨਾ ਦੇ ਨਾਲ ਇੱਕ ਵਾਰ ਵੀ ਵਾਹਿਗੁਰੂ ਕਹਿੰਦਾ ਹੈ, ਇਸ ਦਾ ਮਤਲਬ ਹੈ ਵਾਹਿਗੁਰੂ ਦੀ ਨਦਰ ਹੈ। ਸਾਡਾ ਫਰਜ਼ ਬਣਦਾ ਹੈ ਵਾਹਿਗੁਰੂ ਨੂੰ ਅਰਦਾਸ ਕਰਨ ਦਾ ਮਿਲਾਪ ਦੇ ਲਈ ਤੇ ਸਵਾਸਾਂ ਦੇ ਧਿਆਨ ਨਾਲ ਪਰਮਾਤਮਾ ਦੇ ਦਰਬਾਰ ਦੇ ਦਰ ਤੇ ਬੈਠਣ ਦਾ। ਅਸੀਂ ਦਰਵਾਜ਼ੇ ਦੇ ਅੱਗੇ ਬੈਠਦੇ ਹਾਂ ਮੰਗਤੇ ਬਣ ਕੇ। ਦਰਵਾਜ਼ਾ ਖੋਲ੍ਹਣਾ ਜਾਂ ਨਾ ਖੋਲ੍ਹਣਾ ਇਹ ਪਰਮਾਤਮਾ ਦੀ ਮਰਜ਼ੀ ਹੈ। ਹੁਣ ਅਸੀਂ ਵਿਧੀ ਦਾ ਵਰਣਨ ਕਰਦੇ ਹਾਂ। ਇੱਥੇ ਅਸੀਂ ਦੋ ਵਿਧੀਆਂ ਦੇ ਰਹੇ ਹਾਂ। ਕਿਸੇ ਵੀ ਸ਼ਾਂਤ ਅਸਥਾਨ ਨੂੰ ਚੁਣੋ। ਇਹ 10-15 ਮਿੰਟ ਤੁਹਾਨੂੰ ਕੋਈ ਨਾ ਬੁਲਾਵੇ। ਇਸ ਸਮੇਂ ਦੌਰਾਨ ਬਾਹਰ ਸੰਸਾਰ ਨੂੰ ਭੁੱਲ ਜਾਵੋ। ਸਾਰੀਆਂ ਦੁਨੀਆਦਾਰੀ ਦੀਆਂ ਟੈਨਸ਼ਨਾਂ, ਤਕਲੀਫਾਂ, ਚਿੰਤਾਵਾਂ ਨੂੰ ਇੱਕ ਝੋਲੇ ਦੇ ਵਿੱਚ ਬੰਦ ਕਰਕੇ ਬਾਹਰ ਰੱਖ ਦਿਓ। ਜਦੋਂ ਵਾਪਸ ਜਾਓਗੇ ਦੁਬਾਰਾ ਫਿਰ ਉਸ ਝੋਲੇ ਨੂੰ ਚੁੱਕ ਸਕਦੇ ਹੋ। ਸ਼ਾਂਤ ਬੈਠੋ। ਸਹੀ ਵਕਤ ਜਾਂ ਤਾਂ ਸਵੇਰੇ 3 ਤੋਂ 5 ਜਾਂ ਰਾਤ ਨੂੰ 10 ਤੋਂ ਬਾਅਦ, ਕਿਉਂਕਿ ਇਸ ਸਮੇਂ ਸ਼ਾਂਤੀ ਹੁੰਦੀ ਹੈ, ਆਵਾਜਾਈ ਦਾ ਸ਼ੋਰ ਨਹੀਂ ਹੁੰਦਾ। ਬਾਕੀ ਟਾਈਮ ਦੀ ਕੋਈ ਪਾਬੰਦੀ ਨਹੀਂ। ਇਹ ਨਿਰਭਰ ਕਰਦਾ ਹੈ ਤੁਹਾਡੇ ਦਿਲ ਵਿੱਚ ਉੱਠੇ ਖਿੱਚ ਤੇ। ਇਸ ਲਈ ਇਹ ਜ਼ਰੂਰੀ ਹੈ ਕਿ ਪਰਮਾਤਮਾ ਦੇ ਇਸ਼ਾਰੇ ਨੂੰ ਸਮਝਿਆ ਜਾਵੇ। ਖਾਮੋਸ਼ ਬੈਠੋ। ਵਾਹਿਗੁਰੂ ਅੱਗੇ ਬੇਨਤੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਮਨ ਨੂੰ ਟਿਕਾ ਪਹੁੰਚੇ ਤੇ ਇਹਨਾਂ ਘੜੀਆਂ ਵਿੱਚ ਵਾਹਿਗੁਰੂ ਸਾਨੂੰ ਆਪਣੇ ਨਾਲ ਜੋੜੇ। ਥੋੜੀ ਦੇਰ ਸਵਾਸਾਂ ਨੂੰ ਸ਼ਾਂਤ ਕਰੋ। ਕੋਈ ਕੰਟਰੋਲ ਨਹੀਂ ਕਰਨਾ। ਸਵਾਸ ਆਪਣੀ ਗਤੀ ਨਾਲ ਚੱਲਦੇ ਹਨ। 1-2 ਮਿੰਟ ਲਈ ਹੌਲੀ-ਹੌਲੀ ਵਾਹਿਗੁਰੂ ਦਾ ਜਾਪ ਕੀਤਾ ਜਾ ਸਕਦਾ ਹੈ। ਅੰਦਰ ਆਉਂਦੇ ਸਾਹ ਤੇ ਫਿਰ ਬਾਹਰ ਜਾਂਦੇ, ਇਹਨਾਂ ਦੋਹਾਂ ਦੇ ਵਿਚਾਲੇ ਅਜਿਹਾ ਟਾਈਮ ਹੈ ਜਿਸ ਵਿੱਚ ਸਾਹ ਰੁਕ ਗਏ ਹਨ। ਇਹ ਟਾਈਮ 1 ਸੈਕਿੰਡ ਤੋਂ ਵੀ ਬਹੁਤ ਥੋੜਾ ਹੈ। ਜਦੋਂ ਅਸੀਂ ਇਸ ਟਾਈਮ ਨੂੰ ਪ੍ਰਾਪਤ ਕਰ ਲਿਆ ਤਾਂ ਸਭ ਕੁਝ ਪ੍ਰਾਪਤ ਹੈ। ਪਰ ਇਹ ਸੌਖਾ ਨਹੀਂ। ਤੁਸੀਂ ਸਿਰਫ ਆਦੇ ਜਾਂਦੇ ਸਵਾਸਾਂ ਉੱਤੇ ਧਿਆਨ ਲਗਾਉਣਾ ਹੈ ਅਤੇ ਆਪਣੇ ਸਾਹਮਣੇ ਬੰਦ ਅੱਖਾਂ ਦੇ ਹਨੇਰੇ ਵਿੱਚ ਧਿਆਨ ਨਾਲ ਵੇਖਣਾ ਹੈ। ਹੌਲੀ-ਹੌਲੀ ਪ੍ਰਕਾਸ਼ ਹੁੰਦਾ ਹੈ। ਪਰਮਾਤਮਾ ਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਉਹ ਨਿਰਾਕਾਰ ਹੈ, ਉਹ ਪ੍ਰਕਾਸ਼ ਹੈ। ਸਾਡੇ ਅੰਦਰ ਖਜ਼ਾਨੇ ਹਨ। ਸਾਰਾ ਬ੍ਰਹਮੰਡ ਸਾਡੇ ਅੰਦਰ ਮੌਜੂਦ ਹੈ। ਹੌਲੀ-ਹੌਲੀ ਸਭ ਪ੍ਰਗਟ ਹੋਏਗਾ। ਕੋਈ ਕਾਲੀ ਨਹੀਂ ਕਰਨੀ, ਕੋਈ ਇੱਛਾ ਨਹੀਂ।
ਬਸ ਸਵਾਸਾਂ ਉੱਤੇ ਧਿਆਨ ਅਤੇ ਨਿਰਾਕਾਰ ਵਿੱਚ। ਹੌਲੀ-ਹੌਲੀ ਸਵਾਸਾਂ ਦੀ ਧੁਨੀ ਵਿੱਚ ਨਾਮ ਪ੍ਰਗਟ ਹੁੰਦਾ ਹੈ। ਵਿਸ਼ਵਾਸ ਨਾਲ ਕਰਦੇ ਰਹੋ। ਯਕੀਨ ਰੱਖੋ, ਇਹ ਸੱਚ ਹੈ। ਦੂਜੀ ਵਿਧੀ, ਜਦੋਂ ਸਵਾਸ ਆਉਂਦੀ ਹੈ ਇਹ ਜ਼ਿੰਦਗੀ ਬਣਦੀ ਹੈ, ਤੇ ਜਦੋਂ ਸਵਾਸ ਬਾਹਰ ਜਾਂਦੀ ਹੈ ਇਹ ਸਾਡੇ ਸਰੀਰ ਦੀ ਮੌਤ ਹੈ। ਪਰ ਇਹ ਕਹਾਣੀ ਹੈ, ਇਹ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜਦੋਂ ਤੱਕ ਸਿਮਰਨ ਨਾਲ ਵਾਪਸੀ ਦਾ ਰਾਹ ਨਹੀਂ ਪ੍ਰਾਪਤ ਹੁੰਦਾ। ਜਾਣਾ ਕਿੱਥੇ ਹੈ? ਕਿਤੇ ਵੀ ਨਹੀਂ, ਬਸ ਵਾਹਿਗੁਰੂ ਦਾ ਦਰਬਾਰ। ਤਦ ਹੀ ਹਾਸਲ ਹੁੰਦਾ ਹੈ ਜਦੋਂ ਇੱਛਾ ਨਾ ਰਹੀ। ਇਹੀ ਮੁਕਤੀ ਹੈ। ਇੱਛਾਵਾਂ ਤੋਂ ਮੁਕਤ ਹੋ ਕੇ ਜਦੋਂ ਨਾਮ ਦੇ ਵਿੱਚ ਸਮਾ ਗਏ ਤਾਂ ਫਿਰ ਇਹ ਚੱਕਰ ਖਤਮ ਹੋ ਜਾਂਦਾ ਹੈ। ਇਸ ਵਿਧੀ ਵਿੱਚ ਸ਼ਾਂਤੀ ਵਿੱਚ ਬੈਠੋ, ਸਾਹ ਨੂੰ ਸ਼ਾਂਤ ਕਰੋ। 1-2 ਮਿੰਟ ਦਾ ਜਾਪ ਕਰਨ ਤੋਂ ਬਾਅਦ ਖਾਮੋਸ਼ੀ ਨਾਲ, ਸਾਵਧਾਨੀ ਨਾਲ ਸਵਾਸਾਂ ਦੇ ਉੱਤੇ ਧਿਆਨ ਕਰੋ ਅਤੇ ਨਿਰਾਕਾਰ ਵਿੱਚ ਦ੍ਰਿਸ਼ਟੀ ਰੱਖੋ। ਤਿੰਨੇ ਸਵਾਸਾਂ ਤੋਂ ਬਾਅਦ ਜਦੋਂ ਸਵਾਸ ਬਾਹਰ ਗਈ, ਉਸ ਨੂੰ ਥੋੜਾ ਰੋਕੋ। ਇਸ ਵਿੱਚ ਕੋਈ ਤਾਕਤ ਨਹੀਂ ਲਗਾਉਣੀ। ਜਦੋਂ ਤੱਕ ਬਾਹਰ ਸਾਹ ਰੋਕ ਸਕੋ, ਰੋਕ ਰੱਖੋ ਅਤੇ ਨਿਰਕਾਰ ਵਿੱਚ ਧਿਆਨ ਰੱਖੋ। ਫਿਰ 3 ਵਾਰੀ ਸਵਾਸਾਂ ਦੀ ਗਤੀ ਤੋਂ ਬਾਅਦ ਬਾਹਰ ਸਾਹ ਨੂੰ ਰੋਕਣਾ ਹੈ। ਇਸੇ ਤਰ੍ਹਾਂ ਇਹ ਚੱਕਰ ਜਾਰੀ ਰੱਖਣਾ ਹੈ। ਅੰਦਰ ਕਿਸੇ ਮੰਤਰ ਨੂੰ ਜਪਣਾ ਨਹੀਂ। ਅਸੀਂ ਨਾਮ ਸ਼ਬਦ ਮੰਗਦੇ ਹਾਂ, ਇਸ ਲਈ ਸੁਣਨਾ ਹੀ ਹੈ ਅਤੇ ਨਿਰਾਕਾਰ ਦੇ ਦਰਸ਼ਨ ਕਰਨੇ ਹਨ।